ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਅਗਸਤ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਦੀ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ ਹੈ। ਜਿਹੜੀ ਅੱਜ ਦੀ ਸਭ ਤੋਂ ਪਹਿਲੀ ਖਬਰ ਹੈ ਉਹ ਇਹ ਹੈ ਕਿ ਚੌਧਰੀ ਗੁਲਾਮ ਹੁਸੈਨ, ਕੌਣ ਨਹੀਂ ਜਾਣਦਾ ਚੌਧਰੀ ਗੁਲਾਮ ਹੁਸੈਨ ਨੂੰ, ਤੁਹਾਨੂੰ ਪਤਾ ਬੜਾ ਤੱਤਾ ਤੇ ਨਿੱਘਾ ਤੇ ਸਿੱਧਾ ਤੇ ਚਿੱਟਾ ਤਜਜ਼ੀਆ ਕਰਦੇ ਨੇ ਚੌਧਰੀ ਸਾਹਿਬ ਨੇ ਬੜਾ ਤੱਤਾ ਗਰਮ ਤਜਜ਼ੀਆ ਕੀਤਾ ਤੇ ਮੇਰਾ ਖਿਆਲ ਹੈ ਤੱਤਾ ਹੀ ਨਵਾਜ਼ ਸ਼ਰੀਫ ਸਾਹਿਬ ਦੇ ਹੱਥ 'ਤੇ ਰੱਖ ਦਿੱਤਾ ਤਜਜ਼ੀਆ ਆਪਣਾ। ਉਹਨਾਂ ਦਾ ਭਾਵੇਂ ਅੱਗੋਂ ਹੱਥ ਸੜ ਜਾਏ, ਉਹਨਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਭਾਈ ਜੀ ਇਹ ਜਿਹੜੇ ਰੋਂਦੇ ਫਿਰਦੇ ਜੇ ਅਰਥਾਂ 'ਤੇ ਮੁਝੇ ਕਿਉਂ ਨਿਕਾਲਾ ਔਰ ਜਿਹੜੇ ਕੱਢਣ ਵਾਲੇ ਜੇ ਉਹਨਾਂ ਦੇ ਨਾਲ ਰਲ ਕੇ ਹੀ ਅੱਗੋਂ ਕੰਮ ਪਾਈ ਜਾ ਰਹੇ ਜੇ। ਮਤਲਬ ਕਿ ਆਂਦੇ ਜੇ ਕਿ ਮੈਨੂੰ ਜਨਰਲ ਬਾਜਵਾ ਨੇ ਕੱਢਿਆ ਸੀ ਤੇ ਜਨਰਲ ਫੈਜ਼ ਨੇ ਕੱਢਿਆ ਸੀ ਤੇ ਹੁਣ ਉਹਨਾਂ ਦਾ ਨਾਮ ਨਹੀਂ ਲੈਣ ਡਏ। ਤੇ ਇਸ ਸਾਰੀ ਸੂਰਤ ਹਾਲ 'ਚ ਉਹਨਾਂ ਕਿਹਾ ਵੀ ਤੁਹਾਨੂੰ ਇੱਕ ਹੋਰ ਮਸ਼ਵਰਾ ਦੇ ਦਿੰਦੇ, ਤੁਹਾਡਾ ਸਾਰਾ ਕੰਮ ਹੀ ਹੱਲ ਹੋ ਜਾਏਗਾ। ਉਹਨਾਂ ਕਿਹਾ ਇਸ ਵੇਲੇ ਤੇ ਸੁਪਰੀਮ ਕੋਰਟ ਹੀ ਤੁਹਾਡੇ ਘਰ ਦੀ ਹੈ, ਮਤਲਬ ਕਿ ਚੀਫ ਜਸਟਿਸ ਜਨਾਬ ਕਾਜ਼ੀ ਫਾਇਜ਼ ਈਸਾ ਸਾਹਿਬ ਜਿਹੜੇ ਨੇ ਉਹ ਤੇ ਤੁਹਾਨੂੰ ਉਹੋ ਜਿਹਾ ਇਨਸਾਫ ਦਿੰਦੇ ਨੇ ਜਿਹੋ ਜਿਹਾ ਇਨਸਾਫ ਤੁਸੀਂ ਆਪ ਵੀ ਆਪਣੇ ਆਪ ਨੂੰ ਨਹੀਂ ਦੇ ਸਕਦੇ। ਉਹਨਾਂ ਕਿਹਾ ਇਸ ਤੋਂ ਬਿਹਤਰ ਨਹੀਂ ਵੀ ਤੁਸੀਂ ਇੱਕ ਪਟੀਸ਼ਨ ਲੈ ਕੇ ਉਹਨਾਂ ਦੀ ਅਦਾਲਤ 'ਤੇ ਚਲੇ ਜਾਓ ਤੇ ਉਹਨਾਂ ਨੂੰ ਇਹ ਆਖੋ ਕਿ ਜਨਾਬੇ ਆਲੀ ਜਿੱਥੇ 2017 ਦੀ ਪੋਜੀਸ਼ਨ 'ਤੇ ਮੈਨੂੰ ਕੱਢਿਆ ਸੀ ਨਾ, ਮੈਨੂੰ ਬਹਾਲ ਕਰ ਦਿਓ। ਲਓ ਜੀ, ਮਸਲੇ ਖਤਮ ਹੋ ਗਏ ਸਾਰੇ ਦੇ ਸਾਰੇ। ਔਰ ਨਾਲ ਉਹਨਾਂ ਨੂੰ ਆਖੋ ਵੀ ਡਾਲਰ ਵੀ ਉੱਥੇ ਹੀ ਬਹਾਲ ਕਰ ਦਿਓ ਤੇ ਨਾਲ ਕਾਜ਼ੀ ਸਾਹਿਬ ਨੂੰ ਇਹ ਆਖੋ ਕਿ ਉੱਥੇ ਹੀ ਜਿਹੜੀ ਹੈ ਨਾ ਉਹ ਦਾਲ ਦੀ ਕੀਮਤ ਵੀ ਕਰ ਦਿਓ, ਆਟੇ ਦੀ ਵੀ ਕਰ ਦਿਓ, ਬਿਜਲੀ ਦੀ ਵੀ ਕਰ ਦਿਓ। ਸੁਪਰੀਮ ਕੋਰਟ ਤਾਂ ਕਰ ਸਕਦੀ ਹੈ ਨਾ। ਤਾਂ ਲਓ ਜੀ, ਮਸਲਾ ਹੀ ਹੱਲ ਹੋ ਗਿਆ। ਤੇ ਇਹ ਕਾਜ਼ੀ ਸਾਹਿਬ ਦੇ ਕੋਲੋਂ ਚੌਧਰੀ ਸਾਹਿਬ ਨੇ ਵੈਸੇ ਬੜਾ ਤੱਤਾ ਤੇ ਨਿੱਘਾ ਮਸ਼ਵਰਾ ਦਿੱਤਾ। ਮੇਰਾ ਖਿਆਲ ਮੰਨਣਾ ਚਾਹੀਦਾ ਨਵਾਜ਼ ਸ਼ਰੀਫ ਸਾਹਿਬ, ਸੋਚੋ ਇਹਦੇ ਉੱਤੇ। ਤੁਹਾਡਾ ਇਹ ਸਾਰਾ ਜਿਹੜਾ ਰੋਂਦੇ ਫਿਰਦੇ ਜੇ ਨਾ, ਜਿਵੇਂ ਉਹ ਤੁਸੀਂ ਵੇਖਿਆ ਹੀ ਸੀ, ਉਹ ਵੈਸੇ ਅਸੀਂ ਤੇ ਗੱਲ ਨਹੀਂ ਆਖੀ, ਇਹ ਨੁਸਰਤ ਜਵੇਦ ਸਾਹਿਬ ਨੇ ਪਹਿਲੀ ਵਾਰੀ ਗੱਲ ਆਖੀ ਸੀ, ਲੇਕਿਨ ਹੁਣ ਉਹ ਹੁੰਦੀ ਸੱਚੀ ਸਾਬਤ ਹੁੰਦੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ। ਨੁਸਰਤ ਜਵੇਦ ਸਾਹਿਬ ਨੇ ਆਖਿਆ ਸੀ ਵੀ ਨੂਨ ਲੀਗ ਵਾਲੇ ਇੰਝ ਹੀ ਹੈ ਜਿਵੇਂ ਨਵਾਜ਼ ਸ਼ਰੀਫ ਨੂੰ ਰੇਹੜੀ 'ਤੇ ਪਾ ਕੇ ਤੇ ਮੰਗਦੇ ਫਿਰਦੇ ਨੇ, ਜਿਵੇਂ ਇੱਕ ਬਜ਼ੁਰਗ ਜਿਹੜਾ ਰੇਹੜੀ 'ਤੇ ਪਾਇਆ ਹੁੰਦਾ ਤੇ ਨਾਲ ਮੰਗਦੇ ਫਿਰਦੇ ਨੇ। ਕੱਲ੍ਹ ਬਾਜੀ ਮਰੀਅਮ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਬਹਾ ਕੇ ਜਿਹੜੀ 5ਵੀਂ ਫਲਾਪ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ 'ਚ ਇੰਝ ਹੀ ਲੱਗ ਰਿਹਾ ਸੀ ਵੀ ਨਵਾਜ਼ ਸ਼ਰੀਫ ਸਾਹਿਬ ਨੂੰ ਰੇਹੜੀ 'ਤੇ ਪਾਇਆ ਤੇ ਉਹਨਾਂ ਦਾ ਬਸ ਨਾਂ ਤੇ ਸ਼ਕਲ ਵੇਚਣ ਡਏ ਨੇ। ਇੱਕ ਭਰਾ ਜਿਹੜਾ ਉਹ ਬਿਜਲੀ ਮਹਿੰਗੀ ਕਰ ਦਿੰਦਾ, ਇੰਨੀ ਤੱਤੀ ਤੇ ਮਹਿੰਗੀ ਕਰਦਾ ਹੈ ਵੀ 16 ਰੁਪਈਏ ਯੂਨਿਟ ਤੋਂ 85 ਰੁਪਈਏ ਯੂਨਿਟ 'ਤੇ ਲੈ ਜਾਂਦਾ ਹੈ, ਤੇ ਦੂਜਾ ਭਰਾ ਆਂਦਾ 5 ਰੁਪਈਏ ਸਸਤੀ ਕਰ ਦਿਆਂਗੇ। ਵਾਹ ਬਈ ਸ਼ੇਰ ਬੱਗਿਓ, 16 ਰੁਪਈਏ ਤੋਂ 85 ਰੁਪਈਏ ਕਰਨ ਵਾਲਾ ਫਰਕ ਵੇਖੋ ਤੇ 5 ਰੁਪਈਏ ਸਸਤੀ ਕਰਨ ਦਾ ਫਰਕ ਵੇਖੋ। ਫਿਰ ਨਾ ਆਖਣਾ ਵੀ ਲੋਕੀ ਸਾਡੀ ਗੱਲ ਨਹੀਂ ਸੁਣਦੇ ਤੇ ਲੋਕੀ ਸਾਡੇ 'ਤੇ ਯਕੀਨ ਨਹੀਂ ਕਰਦੇ। ਲੋਕੀ ਹੁਣ ਮੈਨੂੰ ਦੱਸੋ ਵੀ ਜਦੋਂ ਤੁਸੀਂ ਲੋਕਾਂ ਨੂੰ ਇੰਜ ਪਾਗਲ ਤੇ ਕਮਲੇ ਬਣਾਉਣ ਦੀ ਕੋਸ਼ਿਸ਼ ਕਰੋ, ਉਦੋਂ ਲੋਕੀ ਤੁਹਾਡੀ ਗੱਲ ਕਿਵੇਂ ਸੁਣਨਗੇ ਜਾਂ ਕਿਵੇਂ ਸੁਣਨਾ ਚਾਹਣਗੇ। ਬਹਰਹਾਲ ਇਹ ਤਾਂ ਸੂਰਤ ਹਾਲ ਚੌਧਰੀ ਗੁਲਾਮ ਹੁਸੈਨ ਸਾਹਿਬ ਨੇ ਜਿਹੜੀ ਇਹ ਵਾਜ਼ਿਹ ਕੀਤੀ। ਅਗਲੀ ਖਬਰ ਜਿਹੜੀ ਹੈ ਜੀ ਉਹ ਇਹਨਾਂ ਦੇ ਹਿਸਾਬ ਨਾਲ ਹੀ ਰੱਖਣੀ। ਡੈਂਟੋਨਿਕ ਆਂਦਾ ਹੈ ਕਿ ਨਵਾਜ਼ ਸ਼ਰੀਫ ਨੇ ਜਨੂਬੀ ਏਸ਼ੀਆ ਦੀ ਪਹਿਲੀ ਮੋਟਰਵੇ ਬਣਾਈ ਹੈ, ਉਹਨਾਂ ਨੇ ਖਿਦਮਤ ਦੀ ਸਿਆਸਤ ਕੀਤੀ ਹੈ ਤੇ ਆਵਾਮ ਉਹਨਾਂ ਦੇ ਨਾਲ ਹੀ। ਹੁਣ ਆਵਾਮ ਜਿੰਨੀ ਕੁ ਨਾਲ ਤੁਸੀਂ ਮਰੀ ਦੇ GPO ਚੌਕ 'ਚ ਵੇਖ ਲਿਆ, ਪਰ ਇਸ ਸਾਰੇ ਮਸਲੇ ਨੂੰ ਹੱਲ ਕੀਤਾ ਹੈ ਜਨਾਬ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ। ਬਿਲਕੁਲ ਵੱਟ ਕੱਢ ਕੇ ਰੱਖ ਦਿੱਤੇ ਨੇ। ਉਹਨਾਂ ਨੇ ਆਖਿਆ ਹੈ ਕਿ ਇਹ ਅਗਲਾ ਜਿਹੜਾ ਇਲੈਕਸ਼ਨ ਆਉਣਾ 2 ਸਾਲ ਨੂੰ ਆਵੇ, 4 ਨੂੰ ਆਵੇ, ਸਾਲ ਨੂੰ ਆਵੇ, ਉਹਦੇ ਜਿਹੜੇ 18 ਸਾਲ ਦੇ ਬੱਚੇ ਹੋਣੇ ਨੇ ਜਿਹਨਾਂ ਦੀ ਤਾਦਾਦ ਸਭ ਤੋਂ ਜ਼ਿਆਦਾ ਹੋਣੀ ਹੈ, ਉਹ ਜਿਹੜੇ 18 ਸਾਲ ਵਾਲੇ ਬੱਚੇ ਹੋਣੇ ਨੇ ਉਹਨਾਂ ਕਦੇ ਨਵਾਜ਼ ਸ਼ਰੀਫ ਨੂੰ ਸਿਆਸਤ ਕਰਦਿਆਂ ਵੇਖਿਆ ਹੀ ਨਹੀਂ। ਨਵਾਜ਼ ਸ਼ਰੀਫ ਆਖਰੀ ਵਾਰੀ ਤੁਹਾਨੂੰ ਪਤਾ ਮੁਝੇ ਕਿਉਂ ਨਿਕਾਲਾ 2017 'ਚ ਕੀਤਾ ਸੀ ਉਹਨੇ ਸਾਰਾ ਕੁਝ। ਉਸ ਤੋਂ ਬਾਅਦ ਤੇ ਨਵਾਜ਼ ਸ਼ਰੀਫ ਸਾਹਿਬ ਦੀਆਂ ਪਲੇਟਾਂ ਸ਼ਲੇਟਾਂ ਉੱਤੇ ਥੱਲੇ ਹੋਈਆਂ ਔਰ ਉਹ ਗਾਇਬ ਹੋ ਗਏ ਤੇ ਬਸ ਫਿਰ ਪੀਜ਼ੇ ਬਰਗਰ ਡੋਨਰ ਪਾੜਦੇ ਰਹੇ ਉੱਥੇ ਬਹਿ ਕੇ UK ਦੇ ਵਿੱਚ। ਉਹ ਜਿਹੜੀਆਂ ਆਂਦੇ ਸਨ ਵੀ ਧੌਣ ਦੀਆਂ 80 ਕਿ 90% ਸ਼ਰਿਆਨਾ ਬੰਦ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਦਿਮਾਗ ਨੂੰ ਜਿਹੜਾ ਉਹ ਪੂਰਾ ਖੂਨ ਨਹੀਂ ਜਾਂਦਾ। ਉਹ ਦਿਮਾਗ ਨੂੰ ਪਤਾ ਨਹੀਂ ਪੂਰਾ ਖੂਨ ਜਾਂਦਾ ਹੈ ਕਿ ਨਹੀਂ ਜਾਂਦਾ, ਪਰ ਵੋਟ ਪੂਰੇ ਨਹੀਂ ਪਏ, ਵੋਟਾਂ ਦੀਆਂ ਸ਼ਰਿਆਨਾ ਬੰਦ ਹੋ ਗਈਆਂ ਨੇ। ਹੁਣ ਬਹਰਹਾਲ ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ ਕਿਹਾ ਕਿ ਜਿਹੜਾ ਅਗਲਾ ਇਲੈਕਸ਼ਨ ਹੋਣਾ ਜਿਹਦੇ 'ਚ ਸਭ ਤੋਂ ਜ਼ਿਆਦਾ ਤਾਦਾਦ ਨੌਜਵਾਨ ਵੋਟਰਾਂ ਦੀ ਹੋਣੀ ਹੈ, ਉਹ ਜਿਹੜਾ ਨਵਾਂ ਵੋਟਰ ਹੈ ਉਹ ਤਾਂ ਨਵਾਜ਼ ਸ਼ਰੀਫ ਨੂੰ ਜਾਣਦਾ ਹੀ ਨਹੀਂ, ਉਹਨੇ ਕਦੀ ਉਹਨੂੰ ਸਿਆਸਤ ਕਰਦੇ ਹੀ ਨਹੀਂ ਦੇਖਿਆ। ਮਤਲਬ ਕਿ ਨੂਨ ਲੀਗ ਨੇ ਕਿ ਜਿਹੜਾ ਹੱਵਾ ਖੜਾ ਕੀਤਾ ਹੈ ਨਾ ਕਿ ਜੀ ਨਵਾਜ਼ ਸ਼ਰੀਫ ਸਾਹਿਬ ਦਾ ਵੋਟ ਬੈਂਕ ਹੈ ਤੇ ਉਹਨਾਂ ਕੋਲੋਂ ਸਾਨੂੰ ਵੋਟ ਲੱਭ ਜਾਣੇ ਨੇ, ਉਹ ਵੀ ਤਕਰੀਬਨ ਕੰਮ ਤਮਾਮ ਹੋ ਗਿਆ। ਉਹਦੇ ਵਿੱਚ ਵੀ ਹੁਣ ਉਸ ਸਾਰੀ ਗੱਲ ਦੇ ਵਿੱਚ ਵੀ ਕੋਈ ਹਕੀਕਤ ਰਹਿ ਨਹੀਂ ਗਈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਜਿਹੜੇ ਡੈਂਟੋਨਿਕ ਸਾਹਿਬ ਨੇ ਉਹਨਾਂ ਆਖਿਆ ਕਿ ਜੀ ਮੇਰੀ ਜਾਨ ਨੂੰ ਖਤਰਾ ਹੈ, ਮੈਨੂੰ ਬੁਲਟ ਪ੍ਰੂਫ ਗੱਡੀ ਦਿੱਤੀ ਜਾਵੇ। ਇਹ ਵੈਸੇ ਅਜੀਬ ਜੀ ਖਬਰ ਹੈ, ਮੈਂ ਤਾਂ ਇਹੀ ਆਖਾਂਗਾ। ਮੈਂ ਇਹਨਾਂ ਦਾ ਇਲਾਜ ਦੱਸ ਦਿੰਦਾ, ਇਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ, ਇਹ ਖਰਮਸਤੀਆਂ ਕਰਨ ਡਏ ਨੇ। ਲੇਕਿਨ ਚਲੋ ਅਗਰ ਮੰਨ ਲੈਨੇ 1 ਮਿੰਟ ਵਾਸਤੇ ਖਤਰਾ ਅਗਰ ਉਹ ਆਂਦੇ ਨੇ ਤੇ ਮਸ਼ਵਰਾ ਇਹ ਵੀ ਇਹਨਾਂ ਨੂੰ ਬੁਲਟ ਪ੍ਰੂਫ ਗੱਡੀ ਦਿਓ ਤੇ ਪੈਸੇ ਇਹਨਾਂ ਕੋਲੋਂ ਲਵੋ ਉਹਦੇ। ਹਾਂਜੀ, ਉਹਦਾ ਖਰਚਾ ਇਹਨਾਂ ਦੇ ਕੋਲੋਂ ਲਵੋ, ਬੁਲਟ ਪ੍ਰੂਫ ਗੱਡੀ ਦਾ ਕੋਈ ਕਿਰਾਇਆ ਰੱਖ ਦਿਓ ਵੀ ਇੰਨਾ ਹੈ, ਉਹ ਇਹਨਾਂ ਦੇ ਕੋਲੋਂ ਲਵੋ ਤੇ ਵੇਖਿਓ ਇਹਨਾਂ ਨੇ ਆਪੇ ਲਿਖ ਕੇ ਦੇ ਦੇਣਾ ਵੀ ਜਨਾਬ ਮੈਨੂੰ ਕਿੰਨੇ ਮਾਰਨਾ, ਮੈਨੂੰ ਤੇ ਕੋਈ ਗਾਲ ਨਹੀਂ ਕੱਢਦਾ। ਮੇਰਾ ਮਤਲਬ ਵੀ ਲੋਕਾਂ ਕੋਲ ਇੰਨਾ ਟਾਈਮ ਨਹੀਂ ਕਿ ਮੈਨੂੰ ਕੋਈ ਗਾਲ ਬੰਦਾ ਹੀ ਕਰੇ। ਮੈਂ ਜਿੱਡਾ ਫਜ਼ੂਲ ਆਦਮੀ ਹਾਂ ਤੇ ਮੈਨੂੰ ਕਿਸੇ ਗੋਲੀ ਮਾਰ ਕੇ ਕੀ ਕਰਨਾ, ਅੱਲਾ ਨਾ ਕਰੇ ਕਿ ਉਹਨਾਂ ਨੂੰ ਕੋਈ ਮਾਰੇ
ਅੱਲਾ ਲੰਬੀ ਜ਼ਿੰਦਗੀ ਦੇਵੇ। ਲੇਕਿਨ ਮੇਰਾ ਮਤਲਬ ਹੈ ਕਿ ਹੁਣ ਲੋਕਾਂ ਜਿਹੜਾ ਹੈ ਉਹ ਮਤਲਬ ਇਸ ਸ਼ੈ ਦੇ ਉੱਤੇ ਵੀ ਲੋਕਾਂ ਨੇ ਹੁਣ ਆਪਣਾ ਵਕਤ ਜ਼ਾਇਆ ਕਰਨਾ ਹੈ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਆਪ ਲਿਖ ਕੇ ਦੇਣਗੇ ਜਿਸ ਵੇਲੇ ਗੱਡੀ ਦੀ ਕੋਈ ਕੀਮਤ ਰੱਖ ਦਿੱਤੀ ਨਾ ਉਹਨਾਂ ਬੁਲਟ ਪ੍ਰੂਫ ਦੀ ਕਿ ਜੀ ਮੇਰੀ ਜਾਨ ਨੂੰ ਕੋਈ ਖਤਰਾ ਨਹੀਂ, ਮੈਂ ਬਿਲਕੁਲ ਠੀਕ ਠਾਕ ਹੈ। ਅੱਛਾ ਜੀ, ਅੱਗੋਂ ख्वाजा आसिफ ਸਾਹਿਬ ਨੇ ਬੜਾ ਹੀ ਇੱਕ ਘਟੀਆ ਟਵੀਟ ਕੀਤਾ ਹੈ ਤੇ ख्वाजा ਸਫਦਰ ਦੇ ਪੁੱਤਰ ਨੇ, ਪਰ ਚਵਲਾਂ ਪਤਾ ਨਹੀਂ ਕਿਉਂ ਮਾਰਦੇ ਨੇ, ਇੰਨੀਆਂ ਸਾਰੀਆਂ ਮੇਰੀ ਸਮਝ ਤੋਂ ਬਾਹਰ ਹੈ ਮਾਜ਼ਰਤ ਦੇ ਨਾਲ। ਉਹਨਾਂ ਇੱਕ ਇਮਰਾਨ ਖਾਨ ਦੀ ਔਰ ਗੌਰ ਖਾਨ ਦੀ ਤਸਵੀਰ ਲਾਈ ਤੇ ਉੱਤੇ ਬੇਹੂਦਾ ਟਵੀਟ ਕੀਤਾ ਕਿ ਅੱਬੂ ਫੜੇ ਗਏ, ਅੱਬੂ ਪਕੜੇ ਗਏ। ਜਨਰਲ ਫੈਜ਼ ਹਮੀਦ ਸਾਹਿਬ ਦੇ ਨਾਲ ਰਿਲੇਟ ਕਰਦੇ ਨੇ। ਇੱਕ ਪਾਸੇ ਆਉਂਦੇ ਨੇ ਕਿ ਜਨਰਲ ਫੈਜ਼ ਹਮੀਦ ਜਿਹੜਾ ਉਹ ਹਰਕਾਰਾ ਸੀ, ਕਰਿੰਦਾ ਸੀ, ਇਮਰਾਨ ਖਾਨ ਦੇ ਹੱਥ ਦੇ ਵਿੱਚ ਇਸਤੇਮਾਲ ਹੋ ਰਿਹਾ ਸੀ, ਇਮਰਾਨ ਖਾਨ ਉਹਦੇ ਕੋਲੋਂ ਆਪਣੀ ਮਰਜ਼ੀ ਨਾਲ ਸਾਰੇ ਕੰਮ ਕਰਵਾਉਂਦਾ ਸੀ। ਮਤਲਬ ਕਿ ਇੱਕ ਪਾਸੇ ਆਉਂਦੇ ਨੇ ਕਿ ਜਨਰਲ ਫੈਜ਼ ਹਮੀਦ ਜਿਹੜਾ ਉਹਨੂੰ ਇਮਰਾਨ ਖਾਨ ਇਸਤੇਮਾਲ ਕਰਦਾ ਸੀ, ਦੂਜੇ ਪਾਸੇ ਉਹਨਾਂ ਨੂੰ ਅੱਬੂ ਆਉਂਦੇ ਨੇ। ਹੁਣ ਮੈਨੂੰ ਦੱਸੋ ਵੀ ਅਗਰ ਜਨਾਬ ਦੇ ਅੱਬੂ ਦੇ ਬਾਰੇ ਕੋਈ ਗੱਲ ਕੀਤੀ ਜਾਵੇ ਜਾਂ ਜਨਾਬ ਦੀ, ਸਾਡੀ ਤੇ ਉਹ ਵਾਲਦਾ ਨੇ, ਤੁਹਾਡੀ ਵਾਲਦਾ, ਲੇਕਿਨ ਜਨਾਬ ਦੀ ਵਾਲਦਾ ਦਾ ਸ਼ੌਹਰ ਕਿਸੇ ਹੋਰ ਨੂੰ ਬਣਾਇਆ ਜਾਵੇ ਇਸ ਉਮਰੇ ਤੇ ਤੁਹਾਨੂੰ ਕਿੰਨਾ ਕੁ ਚੰਗਾ ਲੱਗੇਗਾ। ਸਾਡੀ ਉਹ ਵਾਲਦਾ ਦੀ ਜਗ੍ਹਾ ਹੈ, ਅਸੀਂ ਤਾਂ ਉਹਨਾਂ ਦਾ ਇਹਤਰਾਮ ਕਰਦੇ, ਇਹੋ ਜੀ ਬਕਵਾਸ ਨਹੀਂ ਕਰ ਸਕਦੇ ਜਿਹੋ ਜੀ ਤੁਸੀਂ ਕਰਦੇ ਹੋ। ਲੇਕਿਨ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਤੁਸੀਂ ਲੋਕਾਂ ਦੇ ਪਿਓ ਮਾਂ ਉਹਨਾਂ ਨੂੰ ਗਾਲਾਂ ਕਿਉਂ ਕੱਢਦੇ ਹੋ। ਕਦੀ ਕਿਸੇ ਔਰਤ ਨੂੰ ਟਰੈਕਟਰ ਟਰਾਲੀ ਕਹਿੰਦੇ ਹੋ, ਕਦੀ ਕਿਸੇ ਨੂੰ ਬਾਕੀਆਤ ਕਹਿੰਦੇ ਹੋ। ਔਰਤਾਂ ਦੇ ਨਾਲ ਇਹ ਬਦਤਮੀਜ਼ੀ ਕਰਨ ਦਾ ਤੁਹਾਨੂੰ ਸ਼ੌਕ ਜਿਹੜਾ ਹੈ ਇਹ ਕਿਉਂ ਨਹੀਂ ਮੁੱਕਦਾ ਹੈ। ਅੱਬੂ ਕਹਿ ਕੇ ਵੀ ਤੇ ਕਿਸੇ ਦੀ ਮਾਂ ਨੂੰ ਹੀ ਗਾਲ ਕੱਢ ਰਹੇ ਹੋ ਨਾ, ਇਹ ਸਮਝ ਤੋਂ ਬਾਹਰ ਹੈ। ख्वाजा आसिफ ਦੀਆਂ ਨਾ ਧੀਆਂ ਉਹਨਾਂ ਨੂੰ ਸਮਝਾਉਂਦੀਆਂ ਨੇ, ਨਾ ਕੋਈ ਹੋਰ ਬੱਚਾ ਸਮਝਾਉਂਦਾ ਹੈ, ਨਾ ਉਹਦੀ ਬੁੱਢੀ ਸਮਝਾਉਂਦੀ ਹੈ। ਮੇਰਾ ਮਤਲਬ ਕੋਈ ਤੇ ਉਹਨਾਂ ਨੂੰ ਗੈਰਤ ਦਵਾਏ। ਉਹ ਸਵਿਟਜ਼ਰਲੈਂਡ ਜਿਹਦੇ ਕੋਲ ਆ ਕੇ ਸ਼ਾਪਿੰਗ ਕਰਦੇ ਰਹੇ ਨੇ ਸਾਰੀ ਊਲ ਫਜ਼ੂਲ, ਉਹ ਬੰਦਾ ਹੀ ਸਮਝਾ ਦੇ ख्वाजा आसिफ ਸਾਹਿਬ ਨੂੰ। ਮਤਲਬ ਕੋਈ ਤੇ ਸਮਝਾਏ ਉਹਨਾਂ ਨੂੰ ਵੀ ਇਹੋ ਜਿਹੀਆਂ ਚਗਲਾਂ ਨਹੀਂ ਮਾਰੀ ਦੀਆਂ। ਬਹਰਹਾਲ ਮੈਨੂੰ ख्वाजा आसिफ ਦੀ ਸ਼ਕਲ ਵੇਖ ਕੇ ਉਹ ਚਿਤਾ ਆ ਜਾਂਦਾ ਉਹ ਸਾਰਾ ਜਿਹੜਾ ਕੰਮ ਹੈ ਕਿ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਫਾਰਮਸ ਹੁੰਦੀਆਂ ਨੇ ਉਹ ਤੁਹਾਨੂੰ ਪਤਾ ਹੈ ਕਿ ਅੰਗਰੇਜ਼ੀ 'ਚ ਹੁੰਦੀਆਂ ਨੇ ਅਤੇ ਇਸੇ ਤਰੀਕੇ ਨਾਲ ਪੰਜਾਬੀ 'ਚ ਵੀ ਹੁੰਦੀਆਂ ਨੇ। ਪੰਜਾਬੀ ਦੇ ਵਿੱਚ ਜਿਹੜੀ ਪਹਿਲੀ ਹੁੰਦੀ ਹੈ ਉਹ ਚਵਲ ਹੁੰਦੀ ਹੈ, ਅਤੇ ਫਿਰ ਦੂਸਰੀ ਹੁੰਦੀ ਉਹ ਚਵਲੀਟ ਹੁੰਦੀ ਹੈ, ਅਤੇ ਚੌਥੀ ਜਿਹੜੀ ਤੀਸਰੀ ਹੁੰਦੀ ਹੈ ਉਹ ਚਵਲੌਟ ਹੁੰਦੀ ਹੈ। ਅਤੇ ਇਹ ਹੁਣ ख्वाजा आसिफ ਸਾਹਿਬ ਚਵਲਾਂ ਵੀ ਮਾਰਦੇ ਨੇ, ਚਵਲੀਟ ਵੀ ਮਾਰਦੇ ਨੇ, ਲੇਕਿਨ ਬੜੇ ਖੜੇ ਨੇ ਚਵਲੌਟ। ਅਤੇ ਇਹਨਾਂ ਨੇ ਆਖਰੀ ਮੁਕਾਮ ਜਿਹੜਾ ਨਾ ਉਹ ਚਵਲਪਨ ਦੇ ਵਿੱਚ ਹਾਸਲ ਕਰ ਲਿਆ। ਗੰਦੀਆਂ ਗਾਲਾਂ ਕੱਢਦੇ ਨੇ ਲੋਕਾਂ ਨੂੰ, ਬੇਹੂਦਾ ਗੱਲਾਂ ਕਰਦੇ ਨੇ, ਔਰ ਫਿਰ ਕਈ ਵਾਰੀ ਉਹਨੂੰ ਮਨਕੂਲ ਕਹਿ ਕੇ ਸ਼ਾਇਆ ਕਰ ਦਿੰਦੇ ਨੇ। ਮਤਲਬ ਕਿੱਡੀ ਵੀ ਘਟੀਆ ਗੱਲ ਹੈ ਉਹਦੇ 'ਤੇ ਮਨਕੂਲ, ਕਿ ਮੈਂ ਤਾਂ ਕਿਸੇ ਦੀ ਨਕਲ ਮਾਰੀ ਹੈ। ਮਤਲਬ ਮੈਂ ਕੱਲ੍ਹ ਨੂੰ ਕੋਈ ख्वाजा ਸਾਹਿਬ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਹੋਵੇ ਮਾਂ ਭੈਣ ਦੀਆਂ, ਅਤੇ ਮੈਂ ਟਵੀਟ ਕਰਾਂ ਉੱਤੇ ਮਨਕੂਲ ਲਿਖ ਦਿਆਂ, ਅਤੇ ਫਿਰ ख्वाजा ਸਾਹਿਬ ਨੂੰ ਕਿੱਡਾ ਚੰਗਾ ਲੱਗੇਗਾ ਉਹ ਗੱਲ। ਬਹਰਹਾਲ ਬੇਸ਼ਰਮੀ ਦੀ ਇੰਤਹਾ ਹੈ। ਮੈਂ ਤਾਂ ਸਮਝ ਤੋਂ ਬਾਹਰ ਹੈ ਕਿ ਫਾਰਮਰ ਪ੍ਰਾਈਮ ਮਿਨਿਸਟਰ ਔਰ ਹਰ ਦਿਲ ਅਜ਼ੀਜ਼ ਲੀਡਰ ਨੂੰ ਇਹੋ ਜਿਹੀ ਗਾਲੀ ਗਲੋਚ ख्वाजा आसिफ ਕਰ ਰਿਹਾ। ਕੋਈ ਮੈਂ ਦੁਬਾਰਾ ਰਿਕੁਐਸਟ ਕਰਾਂਗਾ ਇਹਨਾਂ ਦੀਆਂ ਬੇਟੀਆਂ ਕੋਲੋਂ, ਇਹਨਾਂ ਦੀਆਂ ਭੈਣਾਂ ਕੋਲੋਂ, ਸਾਡੀਆਂ ਵੀ ਬੇਟੀਆਂ ਔਰ ਭੈਣਾਂ ਨੇ, ਕਿ ਇਸ ਬੰਦੇ ਨੂੰ ਕੁਝ ਹਯਾ ਦਵਾਓ। ਜੇ ਇਹਨੂੰ ਹਯਾ ਨਹੀਂ ਆਉਂਦੀ ਤਾਂ ਇਹਨੂੰ ਕੋਈ ਗੋਲੀ ਛੋਲੀ ਖਵਾਓ। ਇਹਨੂੰ ਮੇਰਾ ਮਤਲਬ ਹੈ ਕਿ ਕੋਈ ਦਵਾਈ ਦਿਓ, ਕੁਝ ਤਾਂ ਇਸ ਉਮਰੇ ਬੰਦੇ ਨੂੰ ਖਿਆਲ ਕਰਨਾ ਚਾਹੀਦਾ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਰੱਖਣੀ ਹੈ ਕਿ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਅਗਰ ਮੈਨੂੰ ਫੈਜ਼ ਹਮੀਦ ਦੀ ਗ੍ਰਿਫਤਾਰੀ ਤੋਂ ਕੋਈ ਡਰ ਹੁੰਦਾ ਨਾ, ਤਾਂ ਮੈਂ ਇਹ ਨਾ ਆਉਂਦਾ ਕਿ ਜੁਡੀਸ਼ੀਅਲ ਕਮਿਸ਼ਨ ਬਣਾਓ ਅਤੇ ਜੁਡੀਸ਼ੀਅਲ ਇਨਕੁਆਇਰੀ ਕਰੋ, ਅਤੇ ਜਨਰਲ ਫੈਜ਼ ਨੂੰ ਵੀ ਰੱਖੋ ਅਤੇ ਜਨਰਲ ਬਾਜਵਾ ਨੂੰ ਵੀ ਰੱਖੋ। ਉਹਨਾਂ ਕਿਹਾ ਮੈਨੂੰ ਤਾਂ ਕੋਈ ਪਰਵਾਹ ਨਹੀਂ, ਮੈਂ ਤਾਂ ਚਾਹੁੰਦਾ ਕਿ ਜਿਹਨੇ ਵੀ ਗਲਤ ਕੀਤਾ ਹੈ ਉਹਦਾ ਇਨਵੈਸਟੀਗੇਸ਼ਨ ਕਰੋ, ਉਹਦਾ ਇਹਤਸਾਬ ਕਰੋ ਅਤੇ ਮੁਲਕ ਨੂੰ ਅੱਗੇ ਲੈ ਕੇ ਤੁਰੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਮਾਹਿਰ ਮਾਸ਼ੀਆਤ ਨੇ, ਆਤਿਫ ਮੀਆਂ, ਔਰ ਬੜੀ ਵੱਡੀ ਅਮਰੀਕਾ ਦੀ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ, ਬੜੇ ਕਾਬਿਲ ਇਨਸਾਨ ਨੇ। ਲੇਕਿਨ ਸਾਡਾ ਤਾਂ ਤੁਹਾਨੂੰ ਰੌਲਾ ਪਤਾ ਹੀ ਹੈ, ਸਾਡੇ ਹਰ ਬੰਦਾ ਹੀ ਸਾਡੀ ਇਸਟੈਬਲਿਸ਼ਮੈਂਟ ਵੀ ਲੱਠ ਚੁੱਕ ਲੈਂਦੀ ਜਿੱਥੇ ਦਿਲ ਕਰੇ, ਜਿੱਥੇ ਦਿਲ ਕਰੇ ਸਾਡੇ ਮੌਲ ਵੀ ਲੱਠ ਚੁੱਕ ਲੈਂਦੇ ਨੇ। ਉਹਨਾਂ ਦਾ ਜਿਹੜੇ ਮਜ਼ਹਬੀ ਅਫਕਾਰ ਨੇ ਉਹ ਮੁਖਤਲਿਫ ਨੇ, ਮੇਰੇ ਤੋਂ ਮੁਖਤਲਿਫ ਨੇ, ਤੁਹਾਡੇ ਤੋਂ ਮੁਖਤਲਿਫ ਨੇ, ਜ਼ਾਹਿਰ ਹੈ। ਉਹਨਾਂ ਦਾ ਇੱਕ ਆਪਣਾ ਮਜ਼ਹਬੀ ਅਕੀਦਾ ਹੈ। ਉਹਨਾਂ ਨੂੰ ਕੋਈ ਪਾਕਿਸਤਾਨ 'ਚ ਅਕਲੀਅਤ ਆਉਂਦਾ, ਕੋਈ ਆਂਦਾ ਅਕਲੀਅਤ ਵੀ ਨਹੀਂ ਹੈਗੇ, ਕੋਈ ਆਂਦਾ ਉਹ ਇਨਸਾਨ ਨੇ, ਕੋਈ ਆਂਦਾ ਇਨਸਾਨ ਵੀ ਨਹੀਂ ਹੈਗੇ। ਉਹ ਚਲੋ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਆਖੋ। ਲੇਕਿਨ ਇਕੋਨਮੀ ਦੇ ਵਿੱਚ ਜਿਵੇਂ ਅਬਦੁਲ ਸਲਾਮ ਸਾਹਿਬ ਨੇ ਨੋਬੈਲ ਪ੍ਰਾਈਜ਼ ਲਿਆ ਸੀ, ਉਹਨਾਂ ਦਾ ਜਿਹੜਾ ਉਹਨਾਂ ਦਾ ਹੁਨਰ ਸੀ, ਜਿਹੜੀ ਉਹਨਾਂ ਕੋਲ ਸਕਿੱਲ ਸੀ, ਉਹ ਪੂਰੀ ਦੁਨੀਆ ਨੇ ਮੰਨੀ। ਇਸੇ ਤਰੀਕੇ ਨਾਲ ਆਤਿਫ ਮੀਆਂ ਸਾਹਿਬ ਵੀ ਦੁਨੀਆ ਦੇ ਮੰਨੇ ਪਰਮੰਨੇ ਇਕੋਨਮਿਸਟ ਨੇ। ਉਹਨਾਂ ਕੋਲੋਂ ਬਜਾਏ ਫਾਇਦਾ ਲੈਣ ਦੀ ਅਸੀਂ ਮਜ਼ਹਬੀ ਮਾਮਲੇ ਦੇ ਵਿੱਚ ਪੈ ਕੇ ਤੇ ਜਨਾਬ ਮਾਮਲਾਤ ਜਿਹੜੇ ਉਹਨਾਂ 'ਤੇ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਉਹਨਾਂ ਨੇ ਖੈਰ ਇੱਕ ਡਾਟਾ ਰਨ ਕੀਤਾ। ਉਹਨਾਂ ਨੇ 1980 ਤੋਂ ਲੈ ਕੇ ਹਰ ਸਾਲ ਦੀ ਜਿਹੜੀ ਇਨਫਲੇਸ਼ਨ ਦਾ ਡਾਟਾ ਨਾ, ਅਫਰਾਤੇ ਜ਼ਰ ਅਤੇ ਫੀਕਸ GDP ਦੀ ਜਿਹੜੀ ਸ਼ਰ੍ਹਾ ਨਮੂ ਹੈ ਉਹਦੀ ਮਨਸੂਬਾਬੰਦੀ, ਉਹਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਉਹਨਾਂ ਨੇ ਪਰਖਿਆ ਔਰ ਉਹਨਾਂ ਨੇ ਇਹ ਵਿਖਾਇਆ ਹੈ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ 1980 ਤੋਂ ਲੈ ਕੇ ਹੁਣ ਤੱਕ 4 ਭੈੜੇ ਸਾਲ ਆਏ ਨੇ, ਜਿਹਦੇ ਵਿੱਚ ਇਕੋਨਮੀ ਜਿਹੜੀ ਹੈ ਜਾਂ 4 ਚੈਲੰਜਿੰਗ ਸਾਲ ਆਏ ਨੇ। ਉਹਨਾਂ ਕਿਹਾ 2 ਸਾਲ ਤੇ ਐਸੇ ਨੇ, ਇੱਕ ਤਾਂ 2009 ਦਾ ਸਾਲ, ਉਹ ਚੇਤੇ ਕਰੋ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਸਿਰਫ ਪਾਕਿਸਤਾਨ 'ਚ ਨਹੀਂ, ਉਹ ਪੂਰੀ ਦੁਨੀਆ ਦੇ ਵਿੱਚ ਉਹ ਸਾਲ ਆਏ ਸਨ। 2009 ਦੇ ਵਿੱਚ ਚੇਤੇ ਕਰੋ ਅਮਰੀਕਾ ਦੇ ਵਿੱਚ ਓਬਾਮਾ ਸਾਹਿਬ ਔਰ ਉਸ ਵੇਲੇ ਉਹ ਸਾਰਾ ਡਾਊਨਫਾਲ ਹੋਇਆ ਸੀ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਤੂਫਾਨ ਹੀ ਆ ਗਿਆ ਸੀ, ਪੂਰੀ ਦੁਨੀਆ ਦੀ ਇਕੋਨਮੀ ਜਿਹੜੀ ਤਬਾਹ ਹੋਈ ਸੀ ਉਸ ਵੇਲੇ। ਦੂਸਰਾ 2020 ਦੇ ਵਿੱਚ ਜਿਸ ਵੇਲੇ ਕੋਵਿਡ ਆਇਆ, ਕਰੋਨਾ ਆਇਆ,
ਉਹਨਾਂ ਨੇ ਕਿਹਾ ਇਹਨਾਂ ਦੇ ਵਿੱਚ ਵੀ ਪਾਕਿਸਤਾਨ ਸਸਟੇਨ ਕਰ ਗਿਆ, ਔਰ ਏਡੇ ਭੈੜੇ ਰਿਜ਼ਲਟ ਨਹੀਂ ਸੀ ਪਾਕਿਸਤਾਨ ਦੇ ਜਿੰਨੇ 1980 ਤੋਂ ਲੈ ਕੇ ਤੇ ਹੁਣ ਤੱਕ ਇਹ ਪਿਛਲੇ 45 ਸਾਲਾਂ ਦੇ ਵਿੱਚ ਜਿੰਨੇ ਭੈੜੇ ਹਾਲਾਤ 2023 ਤੇ 2024 ਦੀ ਇਕਨੋਮੀ ਦੇ ਨੇ। ਉਹਨਾਂ ਨੇ ਬਕਾਇਦਾ ਇੱਕ ਗ੍ਰਾਫ ਦੇ ਨਾਲ ਇਹ ਵਿਖਾਇਆ ਹੈ, ਇੱਕ ਡਿਪਿਕਸ਼ਨ ਉਹਨਾਂ ਨੇ ਜਿਹੜੇ ਨੰਬਰਸ ਰਨ ਕੀਤੇ ਨੇ ਉਹਦੇ ਦਿਖਾਇਆ ਕਿ 2023 ਤੇ 2024 ਜਿਹੜੇ ਨੇ ਉਹ ਬਿਲਕੁਲ ਸਭ ਤੋਂ ਭੈੜੇ ਸਾਲ ਨੇ, ਔਰ ਬਿਲਕੁਲ ਵਾਜ਼ਿਹ ਤੌਰ ਤੇ ਸਟੈਟਿਸਟਿਕਸ ਤੋਂ ਵੀ ਨਜ਼ਰ ਆਉਂਦੇ ਨੇ। ਆਤਿਫ ਮੀਆਂ ਸਾਹਿਬ ਇਹ ਵੀ ਕਹਿੰਦੇ ਨੇ, ਪ੍ਰੋਫੈਸਰ ਆਤਿਫ ਮੀਆਂ, ਕਿ ਇਹ ਸਿਰਫ ਮੈਨੂੰ ਇਹ ਸਟੈਟਿਸਟਿਕਸ ਹੀ ਨਹੀਂ ਦੱਸਣ ਡਈ, ਇਹ ਡਾਟਾ 'ਚ ਹੀ ਨਹੀਂ ਨਜ਼ਰ ਆਉਣ ਡਿਆ ਕਿ ਮਾਮਲਾਤ ਇਸ ਤਰ੍ਹਾਂ ਨੇ। ਉਹਨਾਂ ਨੇ ਆਖਿਆ ਕਿ ਇਹ ਸੜਕ ਦੇ ਉੱਤੇ ਜਿਹੜਾ ਆਮ ਸ਼ਹਿਰੀ ਹੈ, ਇੱਕ ਉਹ ਸੁਸਾਇਟੀ ਦੇ ਵਿੱਚ ਜਿਹੜਾ ਆਮ ਪਾਕਿਸਤਾਨੀ ਹੈ, ਉਹ ਜਿੰਨਾ ਇਸ ਵੇਲੇ ਬਦਲ ਹੈ ਬਿਜਲੀ ਦੇ ਬਿੱਲਾਂ ਤੋਂ, ਆਪਣੇ ਖਰਚਿਆਂ ਤੋਂ, ਜਿਵੇਂ ਉਹ ਆਪਣੀ ਜ਼ਿੰਦਗੀਆਂ ਖ਼ਤਮ ਕਰ ਰਹੇ ਨੇ, ਇਹੋ ਜਿਹੇ ਬੁਰੇ ਹਾਲਾਤ ਉਹਨਾਂ ਨੇ ਆਖਿਆ ਕਿ ਮੈਂ ਪਾਕਿਸਤਾਨ 'ਚ ਇਸ ਤੋਂ ਪਹਿਲਾਂ ਨਹੀਂ ਸੀ ਵੇਖੇ। ਇਹ ਆਤਿਫ ਮੀਆਂ ਸਾਹਿਬ ਕਹਿਣ ਰਹੇ ਨੇ, ਔਰ ਇਹਦਾ ਅਸੀਂ ਤੁਹਾਨੂੰ ਡਾਟਾ ਜਿਹੜਾ ਉਹ ਸਾਰਾ ਤੁਹਾਡੇ ਸਾਹਮਣੇ ਰੱਖਿਆ। ਉਹਨਾਂ ਕਿਹਾ ਪਾਕਿਸਤਾਨ ਜਿਹੜਾ ਉਹ ਇੱਕ ਟਰੈਪ ਦੇ ਵਿੱਚ ਫਸ ਗਿਆ ਔਰ ਗੁਰਬਤ ਦੇ ਜਾਲ 'ਚ ਫਸ ਗਿਆ, ਔਰ ਗੁਰਬਤ ਦੇ ਜਾਲ 'ਚੋਂ ਨਿਕਲਣ ਵਾਸਤੇ ਇਹਨਾਂ ਨੂੰ ਪਾਲਿਸੀਆਂ ਚੇਂਜ ਕਰਨੀਆਂ ਪੈਣੀਆਂ ਨੇ। ਪਾਲਿਸੀਆਂ ਚੇਂਜ ਕਰਨ ਵਾਸਤੇ ਜ਼ਾਹਿਰ ਹੈ ਤਗੜੀ ਹਕੂਮਤ ਲਿਆਉਣੀ ਪੈਣੀ ਹੈ। ਇਹ ਦੁਨੀਆ ਦੇ ਮਾਰੂਫ ਮਾਹਿਰ ਮਾਸ਼ੀਆਤ ਆਤਿਫ ਮੀਆਂ ਨੇ ਇਹ ਗੱਲਾਂ ਕੀਤੀਆਂ ਨੇ। ਅੱਲਾ ਕਰੇ ਕਿ ਸਾਡੇ ਲੋਕਾਂ ਨੂੰ ਸਮਝ ਆਏ, ਅਕਲ ਆਏ, ਔਰ ਪਾਕਿਸਤਾਨ ਦੀ ਜਿਹੜੀ ਹਰ ਰੋਜ਼ ਅਸੀਂ ਤਬਾਹੀ ਕਰਨ ਡਏ, ਇਸ ਤੋਂ ਅਸੀਂ ਬੰਦੇ ਦੇ ਪੁੱਤਰ ਬਣ ਜਾਈਏ। ਅੱਛਾ ਜੀ, ਅਗਲੀ ਖਬਰ, ਆਸਿਮ ਮੁਨੀਰ ਸਾਹਿਬ ਨੂੰ ਪਾਕਿਸਤਾਨ ਦੀ ਤਾਰੀਖ ਦੇ ਪਹਿਲੇ ਆਰਮੀ ਚੀਫ ਨੇ ਜਿਨ੍ਹਾਂ ਨੂੰ ਅੱਲਾ ਦੀ ਜ਼ਾਤ ਨੇ ਆਪਣੇ ਹੱਥ ਨਾਲ ਮੁਕਰਰ ਕੀਤਾ ਹੈ। ਇਹ ਜਨਾਬ ਹਫੀਜ਼ੁੱਲਾ ਨਿਆਜ਼ੀ ਸਾਹਿਬ ਕਹਿੰਦੇ ਨੇ। ਹਫੀਜ਼ੁੱਲਾ ਨਿਆਜ਼ੀ ਸਾਹਿਬ ਵੈਸੇ ਅਕਲੋਂ ਤੇ ਸਾਡੇ ਦੋਸਤ ਨੇ, ਲੇਕਿਨ ਅਕਲੋਂ ਪੂਰੇ ਹੀ ਨੇ। ਅਕਸਰ ਇਹੋ ਜਿਹੀ ਗੱਲ ਕਹਿ ਜਾਂਦੇ ਨੇ ਜਿਹਦਾ ਕੋਈ ਸਿਰ ਪੈਰ ਨਹੀਂ। ਹੁਣ ਮੈਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਈ ਕਿ ਜਿਹੜੇ ਪਾਕਿਸਤਾਨ ਦੇ ਇਸ ਤੋਂ ਪਹਿਲੇ ਆਰਮੀ ਚੀਫ ਸਨ, ਬਾਜਵਾ ਸਾਹਿਬ ਹੋ ਗਏ, ਜਿੰਨੇ ਵੀ ਕਿਆਨੀ ਸਾਹਿਬ ਸਨ, ਉਸ ਤੋਂ ਪਹਿਲੇ ਮੁਸ਼ਰਫ ਸਾਹਿਬ ਸਨ, ਜਾਂ ਜਿੰਨੇ ਵੀ ਆਰਮੀ ਚੀਫ ਸਨ, ਉਹ ਕੀ ਕੋਈ ਹੋਰ ਲਾਉਂਦਾ ਸੀ ਅਗਰ ਆਸਿਮ ਮੁਨੀਰ ਸਾਹਿਬ ਨੂੰ ਅੱਲਾ ਨੇ ਆਪਣੇ ਹੱਥਾਂ ਨਾਲ ਆਰਮੀ ਚੀਫ ਬਣਾਇਆ ਹੈ। ਉਹਨਾਂ ਦੇ एग्जैक्ट वर्ड ने कि आसिम मुनीर पाकिस्तान की तारीख का पहला आर्मी चीफ है जिसे अल्लाह ताला ने खुद अपने हाथ से मुकर्रर किया है। तो फिर दसो जनाब कि दूजे आर्मी चीफ कौन लाते रहे ने? तुसी सानू इत्ते कोई पर्दा ना पाओ इस गल ते, बल्कि रोशनी पा दो, चानन पा दो, सानू भी पता लगे भी बाकी आर्मी चीफ किन्ने लाए ने। अच्छा जी, अहमद फराद साहब पाकिस्तान के मन्ने परमन्ने शायर ने, और एक पाकिस्तान के जमहूरीयत की आवाज़, पाकिस्तान के एक मैं ये कहांगा कि फ्रीडम ऑफ स्पीच की आवाज़, पाकिस्तान के मतानत की, इंटैग्रिटी की आवाज़ अहमद फराद साहब ने चुक भी लिया गया सी, क्योंकि उन्होंने एक नज़म लिख छड़ी सी, इसे उठा लो। उन्होंने हुण कहा है कि दुनिया का सब तो वड्डा थिएटर जिहड़ा ना पाकिस्तान है, तो पिछले चंद बरस तो एक शख्स, ਉਹਦਾ ਭਾਈ, ਉਹਦੀ बेटी इस्टैबलिशमेंट की गोद च बह के जाली मैंडेट ते मुल्क की मैशत और निज़ाम की तबाही कर रहे हैं। बेटी ਨੂੰ ਨਾਲ ਬਾ ਕੇ ਪ੍ਰੈਸ ਕਾਨਫਰੰਸ ਕਰਕੇ ਤੇ ਆਵਾਮ ਕੋਲ ਹਮਦਰਦੀਆਂ ਵੀ ਲੈਣਾ ਚਾਹੁੰਦਾ ਹੈ। मतलब कि जिन्हां आवाम की तबाही की है वो ही आवाम को हमदर्दियां भी चाहते हैं। मतलब जिन्हां ने आवाम ਨੂੰ ਲੁੱਟਿਆ ਉਹ ਚਾਹੁੰਦੇ ਨੇ ਕਿ ਆਵਾਮ ਹੁਣ ਉਹਨਾਂ ਦੇ ਉੱਤੇ ਸਿਰ ਤੇ ਹੱਥ ਵੀ ਫੇਰੇ ਤੇ ਉਹਨਾਂ ਦੇ ਨਾਲ ਵੀ ਖਲੋਵੇ ਤੇ ਉਹਨਾਂ ਦੀ ਸਤਾਇਸ਼ ਵੀ ਕਰੇ ਤੇ ਆਖੇ ਵੀ ਤੁਸੀਂ ਚੰਗੇ ਬੰਦੇ ਜੇ, ਸਾਨੂੰ ਹੀ ਗਲਤੀ ਲੱਗੀ ਹੈ। ਅੱਛਾ ਜੀ, ਅੱਗੇ ਜੀ ਅਜ਼ਮਾ ਬੁਖਾਰੀ ਸਾਹਿਬਾ ਨੇ, ਤੁਹਾਨੂੰ ਪਤਾ ਕਿ ਬੜੀ ਤੱਤੀ ਵਜ਼ੀਰ ਹੈ ਭੈਣ ਸਾਡੀ ਜਿਹੜੀ ਪੰਜਾਬ ਦੀ, ਉਹਨਾਂ ਦੇ ਸ਼ੌਹਰ ਸਾਹਿਬ ਫਿਰ ਫੜੇ ਗਏ ਨੇ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਕਿੱਥੇ ਫੜੇ ਗਏ ਨੇ ਭਾਈ, ਕੀ ਕਰਦੇ ਫੜੇ ਗਏ ਨੇ? ਜਿਹੜੇ ਸਮੀ ਸਾਹਿਬ ਨੇ, ਮੇਰਾ ਮਤਲਬ ਕੋਈ ਮੋਟਰਸਾਈਕਲ 'ਚੋਂ ਕਿਸੇ 'ਚੋਂ ਤੇਲ ਚੋਰੀ ਕਰਦੇ ਫੜੇ ਗਏ ਨੇ, ਜਾਂ ਕੀ ਕਰਦੇ ਗਏ ਨੇ? ਕੰਮ ਇਹੋ ਜਿਹਾ ਹੀ ਕੀਤਾ ਹੋਣਾ। ਪਹਿਲਾਂ ਤਾਂ ਫਾਰਮ 47 ਦੇ ਨਾਲ ਵੋਟਾਂ ਚੋਰੀ ਕਰਦੇ ਫੜੇ ਗਏ ਨੇ, ਤੇ ਹੁਣ ਫੜੇ ਗਏ ਨੇ ਬਿਜਲੀ ਚੋਰੀ ਕਰਦੇ। ਹਾਂਜੀ, ਮਾਸ਼ਾਅੱਲਾ। ਇਹ ਅਜ਼ਮਾ ਬੁਖਾਰੀ ਸਾਹਿਬਾ ਦੇ ਜਿਹੜੇ ਸ਼ੌਹਰ ਨੇ ਸਮੀਉੱਲਾ ਸਾਹਿਬ, ਇਹਨਾਂ ਨੇ ਆਪਣੇ ਮਰਕਜ਼ੀ ਦਫ਼ਤਰ ਦੇ ਵਿੱਚ ਕੁੰਡੀਆਂ ਪਾ ਕੇ ਤੇ ਬਿਜਲੀ ਚੋਰੀ ਕਰ ਰਹੇ ਸੀ। ਲੈਸਕੋ ਐਲਕਾਰਾ ਨੇ ਛਾਪਾ ਮਾਰਿਆ ਤੇ ਬਿਜਲੀ ਚੋਰੀ ਫੜ ਲਈ ਹੈ। ਤੇ ਹੁਣ ਵੇਖਦੇ ਇਹਨਾਂ ਨਾਲ ਕੀ ਹੋਣਾ। ਖੈਰ ਇੱਥੇ ਕੀ ਹੈ, ਇੱਥੇ ਤੇ ਉਹੀ ਕੁਝ ਹੁੰਦਾ ਜੋ ਤੁਹਾਨੂੰ ਪਤਾ ਕਿ ਮਾੜੇ ਬੰਦੇ ਨੇ ਕੰਮ ਕੀਤਾ ਹੁੰਦਾ ਤੇ ਉਹਨੂੰ ਹੁਣ ਤੱਕ ਉਹਦੇ ਖੁੰਨੇ ਸੇਕ ਦੇਣੇ ਸਨ ਇਹਨਾਂ ਨੇ। ਤੇ ਇਹ ਹੁਣ ਅਜ਼ਮਾ ਬੁਖਾਰੀ ਦੇ ਸ਼ੌਹਰ ਸਾਹਿਬ ਨੇ ਕੀਤਾ ਤੇ ਇਹਦੀ ਕੋਈ ਨਵੀਂ ਕਹਾਣੀ ਬਣਾਉਣਗੇ ਵੀ ਉਹ ਕੁੰਡੀਆਂ ਆਪੇ ਹੀ ਪੈ ਗਈਆਂ ਸਨ। ਜੀ ਕਰੇ ਤੇ ਇਮਰਾਨ ਖਾਨ ਤੇ ਪਾ ਦੇਣ ਕਿ ਉਹ ਕੁੰਡੀਆਂ ਲਾ ਕੇ ਤੇ ਸਾਡੇ ਦਫ਼ਤਰ ਨਾਲ ਜੋੜ ਗਿਆ ਸੀ ਇਮਰਾਨ ਖਾਨ, ਜਾਂ ਇਹ ਮੇਰੇ ਤੇ ਪਾ ਦੇਣ ਇੱਥੇ ਬਾਹਰ ਬੈਠਿਆ ਕਿ ਮੈਂ ਜਨਾਬ ਉੱਥੇ ਕੁੰਡੀਆਂ ਪਾ ਕੇ ਤੇ ਇਹਨਾਂ ਨੂੰ ਜਿਹੜਾ ਸਾਰਾ ਕੰਮ ਕੀਤਾ। ਇਹ ਹੁਣ ਮੈਨੂੰ ਪਤਾ ਨਹੀਂ ਕਰਨਗੇ ਕੀ ਬਾਤ ਕਰਨਗੇ, ਜ਼ਰੂਰ ਕੁਝ ਨਾ ਕੁਝ ਮੰਨਣਗੇ ਨਹੀਂ ਆਪਣੀ ਬੇਸ਼ਰਮੀ ਕਿ ਅਸੀਂ ਚੋਰ ਹਾਂ, ਅਸੀਂ ਬਿਜਲੀ ਵੀ ਚੋਰੀ ਕਰਦੇ, ਵੋਟ ਵੀ ਚੋਰੀ ਕਰਦੇ, ਬਾਕੀ ਸਭ ਕੁਝ ਵੀ ਚੋਰੀ ਕਰਦੇ, ਲੇਕਿਨ ਕੁਝ ਨਾ ਕੁਝ ਇਹਦੇ ਵਿੱਚੋਂ ਕਾਰਵਾਈ ਕਰਨਗੇ ਜ਼ਰੂਰ। ਅੱਛਾ ਜੀ, ਅੱਗੋਂ ਇਜਾਜ਼ੁਲ ਹਕ ਸਾਹਿਬ ਇੱਕ ਪ੍ਰੋਗਰਾਮ ਦੇ ਵਿੱਚ ਬੜਾ, ਤੁਹਾਨੂੰ ਪਤਾ, ਬਗੈਰ ਬੈਨ ਤੋਂ ਵਾਸਕਟ ਪਾਉਂਦੇ ਨੇ, ਬੜੇ ਮੁਦੱਬਰ ਬਣ ਕੇ ਤੇ ਉਹ ਬੈਠੇ ਹੁੰਦੇ ਨੇ, ਬੜੇ ਮੁਦੱਬਰ ਬਣ ਕੇ ਬੈਠੇ ਸਨ ਤੇ ਫਿਰ ਭੈੜਾ ਵੇਲਾ ਆ ਗਿਆ।
ਭੈੜਾ ਵੇਲਾ ਮਤਲਬ ਕਿ ਸ਼ੌਕਤ ਬਸਰਾ ਆ ਗਿਆ। ਸ਼ੌਕਤ ਬਸਰਾ ਦੀ ਅਜੇ ਆਵਾਜ਼ ਹੀ ਉਹ ਐਂਕਰ ਨੇ ਕੱਢੀ ਹੈ ਕਿ ਸਾਡੇ ਨਾਲ ਲਾਈਨ ਤੇ ਨੇ, ਤੇ ਜਨਾਬ ਉਸੇ ਵੇਲੇ ਜਿਹੜੇ ਇਜਾਜ਼ੁਲ ਹੱਕ ਸਾਹਿਬ ਨੇ ਉਹ ਤਿੱਤਰ ਹੋ ਗਏ। ਹਾਲਾਂਕਿ ਉਹਨਾਂ ਦੇ ਵਾਲਦ ਸਾਹਿਬ ਦੀ ਬਰਸੀ ਸੀ, ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਆਪਣੇ ਵਾਲਦ ਸਾਹਿਬ ਦੀ ਬਰਸੀ ਦੇ ਉੱਤੇ, ਲੇਕਿਨ ਵੋਟ ਚੋਰੀ ਕੀਤੇ ਨੇ, ਕਿਹੜੀ ਗੱਲ ਕਰਨ ਤੇ ਕਿਸ ਤਰ੍ਹਾਂ ਕਰਨ, ਬਹਰਹਾਲ ਉਹ ਪਾਸੇ ਤੇ ਨਿਕਲ ਗਏ। ਅਗਲੀ ਖਬਰ ਬੜੀ ਇੰਟਰਸਟਿੰਗ ਹੈ ਜੀ, ਇਹ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਏਗੀ ਇਹ ਗੱਲ। ਇਹ ਮੂਨਸ ਹਲਾਈ ਸਾਹਿਬ ਨੇ ਕਾਰਨਾਮਾ ਅੰਜਾਮ ਦਿੱਤਾ ਹੈ ਜਨਾਬ। ਸਪੇਨ 'ਚ ਬਹਿ ਕੇ ਨਹੀਂ ਦਿੱਤਾ, ਬਲਕਿ ਪਾਕਿਸਤਾਨ 'ਚ ਬਹਿ ਕੇ ਦਿੱਤਾ ਹੈ। ਪਤਾ ਇਹ ਲੱਗਾ ਹੈ ਕਿ ਮੂਨਸ ਹਲਾਈ ਸਾਹਿਬ ਨੇ 6 ਸਾਲ ਦੀ ਉਮਰ 'ਚ ਮਨੀ ਲਾਂਡਰਿੰਗ ਕਰ ਛੱਡੀ ਸੀ। ਹਾਂਜੀ, ਜਿਹੜੇ ਉਹਨਾਂ ਦੇ ਪਰਚੇ ਬਣਾ ਰਹੇ ਨੇ, ਉਹਨਾਂ ਦੀ ਵਾਲਦਾ ਨੇ ਇੱਕ ਟਵੀਟ ਕੀਤਾ ਹੈ ਕਿ ਜਿਹੜੇ ਪਰਚੇ ਉਹਨਾਂ ਤੇ ਬਣਾ ਰਹੇ ਨੇ ਹੁਣ ਝੂਠੇ, ਉਹਨਾਂ ਦੇ ਵਿੱਚ ਇੱਕ ਪਰਚੇ ਤੇ ਉਹਨਾਂ ਤੇ ਮਨੀ ਲਾਂਡਰਿੰਗ ਦਾ ਇਲਜ਼ਾਮ ਲਾਇਆ ਗਿਆ, ਤੇ ਉਸ ਸਾਲ 'ਚ ਲਾਇਆ ਗਿਆ ਜਦੋਂ ਉਹਨਾਂ ਦੀ ਉਮਰ 6 ਸਾਲ ਸੀ। ਬੱਲੇ ਹੋ ਸ਼ੇਰ ਬੱਗੇ ਹੋ ਤੁਹਾਡੇ ਕੇਸ ਬਣਾਉਣ ਦੇ ਉੱਤੇ। ਮੇਰਾ ਖਿਆਲ ਬਾਹਰ ਦੇ ਲੋਕ ਵੀ ਤੁਹਾਡੇ ਤੇ ਲਾਂਤਾਂ ਹੀ ਪਾਉਣਗੇ ਇਹੋ ਜਿਹੇ ਕੇਸ ਜਿਸ ਵੇਲੇ ਵੇਖਣਗੇ। ਅੱਛਾ ਜੀ, ਮੁਹੰਮਦ ਅਲੀ ਦਰਾਨੀ ਸਾਹਿਬ ਨੇ ਕਿਹਾ ਹੈ ਕਿ ਪੀਟੀਆਈ ਦੀ ਸਭ ਤੋਂ ਵੱਡੀ ਜਿਹੜੀ ਫਾਇਰਵਾਲ ਹੈ ਨਾ, ਉਹ ਪਾਕਿਸਤਾਨੀ ਆਵਾਮ ਤੇ ਨੌਜਵਾਨ ਨੇ। ਜਦੋਂ ਤੱਕ ਇਹ ਫਾਇਰਵਾਲ ਇਮਰਾਨ ਖਾਨ ਦੇ ਨਾਲ ਖਲੋਤੀ ਹੈ, ਇਮਰਾਨ ਖਾਨ ਨੂੰ ਕੋਈ ਬੰਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਬੜੀ ਉਹਨਾਂ ਸਿਆਣੀ ਤੇ ਭਾਰੀ ਗੱਲ ਕੀਤੀ ਹੈ। ਅੱਛਾ ਜੀ, ਜਿਮੀ ਵਿਰਕ ਸਾਹਿਬ ਇੱਕ ਸਟੋਰੀ ਲੈ ਕੇ ਆਏ ਨੇ, ਕੱਲ੍ਹ ਦੇ ਅਸੀਂ ਵੀਲੌਗ 'ਚ ਕਰਨੀ ਹੈ, ਸਾਫੀਆਂ ਦੇ ਬਾਰੇ। ਉੱਤੇ ਥੋੜ੍ਹੀ ਜਿਹੀ ਰਿਸਰਚ ਹੋ ਰਹੀ ਹੈ, ਉਹ ਅਸੀਂ ਕੱਲ੍ਹ ਦੇ ਵੀਲੌਗ 'ਚ ਕਰਾਂਗੇ। ਹੁਣ ਤੁਹਾਡੇ ਸਾਹਮਣੇ ਅਸੀਂ 2-3 ਖਬਰਾਂ ਜਿਹੜੀਆਂ ਕੁਇਕਲੀ ਆਪਣੇ ਤੁਹਾਡੇ ਚਿੱਠੀ ਪੱਤਰ ਜਿਹੜੇ ਨੇ 2-3 ਉਹ ਕੁਇਕਲੀ ਰੱਖ ਦਈਏ ਤਾਂ ਕਿ ਫਿਰ ਅਗਲੇ ਪਾਸੇ ਚਲੀਏ। ਇੱਕ ਤੇ ਪਹਿਲਾ ਚਿੱਠੀ ਪੱਤਰ ਹੈ, ਉਹਨਾਂ ਕਹੇ ਜੀ ਇਮਰਾਨ खान एक ऐसी तारीख बन चुके हैं जिनको सदियों याद रखा जाएगा और हम उनके दौर में रह रहे हैं। ठीक हो गया जी। अगला ਜਿਹੜਾ ਚਿੱਠੀ ਪੱਤਰ ਹੈ ਜੀ, ਉਹਨਾਂ ਕਹੇ ਜੀ ਇਮਰਾਨ ਖਾਨ ਇੱਕ ਲੈਜੈਂਡ ਹੈ, ਸਾਡੇ ਦਿਲਾਂ 'ਚ ਰਹਿੰਦਾ। ਨਦੀਮ ਵੀ ਸਾਡਾ ਹੀਰੋ ਹੈ ਔਰ ਉਹ ਉਹਨਾਂ ਨੂੰ ਹੁਣ ਅੱਗੋਂ ਉਹਨਾਂ 'ਚ ਫੂਕ, ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਮਰਾਨ ਖਾਨ ਨੂੰ ਨੀਚਾ ਦਿਖਾਉਣ ਵਾਸਤੇ ਜਿਹੜੀ ਮੌਜੂਦਾ ਹਕੂਮਤ ਤੇ ਰਜੀਮ ਹੈ, ਇਹ ਵਿਚਾਰੇ ਨਦੀਮ ਦਾ ਇਸਤੇਮਾਲ ਕਰ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨਦੀਮ ਕੋਲੋਂ ਕੋਈ ਪੁੱਠੀ ਸਿੱਧੀ ਸਟੇਟਮੈਂਟ ਦਵਾ ਕੇ ਉਹਨੂੰ ਕੰਟਰਾਵਰਸ਼ਲ ਆਵਾਮ 'ਚ ਨਹੀਂ, ਉਹ ਇੱਕ ਸਾਰੀ ਕੌਮ ਦਾ ਹੀਰੋ ਹੈ, ਉਹਨੂੰ ਸਿਆਸਤ ਤੋਂ ਬਾਹਰ ਰੱਖੋ। ਲੇਕਿਨ ਇਸ ਵੇਲੇ ਇਹ ਉਹਨੂੰ ਭਰਪੂਰ ਤਰੀਕੇ ਨਾਲ ਆਪਣੀ ਸਿਆਸਤ ਵਾਸਤੇ ਇਸਤੇਮਾਲ ਕਰਨਾ ਚਾਹੁੰਦੇ ਨੇ, ਇਹ ਕਹਿਣ ਦਾ ਮਤਲਬ ਹੈ ਉਹਨਾਂ ਦਾ। ਅੱਛਾ ਜੀ, ਅਗਲੇ ਜਿਹੜੇ 3-4 ਚਿੱਠੀ ਪੱਤਰ ਨੇ ਨਾ, ਉਹ ਬੜੇ ਹੀ ਇੰਟਰਸਟਿੰਗ ਨੇ। ਉਹ ਇੰਟਰਸਟਿੰਗ ਇਸ ਤੋਂ ਨੇ ਕਿ ਕੱਲ੍ਹ ਅਸੀਂ ਇੱਕ ਲਫ਼ਜ਼ ਕਿਹਾ ਸੀ ਕੜਲ, ਉਹ ਬੜੇ ਸਾਰੇ ਦੋਸਤਾਂ ਨੇ ਉਹਦੇ ਉੱਤੇ ਗੱਲ ਕੀਤੀ ਹੈ। ਇਹ ਪਹਿਲਾਂ ਤਾਂ ਉਹਨਾਂ ਕਿਹਾ ਵੀ ਗਿੱਲ ਸਾਹਿਬ ਕ੍ਰੈਂਪ ਜਿਹੜਾ ਨਾ ਉਹ ਉਹਦੀ ਇੰਗਲਿਸ਼ ਇਕਵੀਲੈਂਟ ਹੈ, ਅਤੇ ਸ਼ਬਾਜ਼ ਸ਼ਰੀਫ ਉਹ ਜ਼ਾਹਿਰ ਹੈ ਉਹ ਗੱਲ ਕਰਨ ਡਏ ਨੇ ਜਿਹੜੀ ਮੈਂ ਕੜਲ ਦੀ ਗੱਲ ਕੀਤੀ ਸੀ। ਅੱਛਾ, ਅਗਲਾ ਵੀ ਪੜ੍ਹ ਲੈਨੇ, ਫਿਰ ਇੱਕੋ ਵਾਰੀ ਗੱਲ ਕਰਨੇ। ਸਜਾਦ ਮਦਨੀ ਸਾਹਿਬ ਜਿਹੜੇ ਨੇ, ਹਮਦਾਨੀ ਸਾਹਿਬ ਮਾਜ਼ਰਤ, ਸਜਾਦ ਹਮਦਾਨੀ ਸਾਹਿਬ ਕਹਿੰਦੇ ਨੇ ਕਿ ਗਿੱਲ ਸਾਹਿਬ ਕੜਲ ਉਹ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਗੱਲ ਕਰਨ ਡਏ ਨੇ, ਕੜਲ ਤੇ ਕੜੋਲ, ਅਤੇ ਉਸ ਤੋਂ ਬਾਅਦ ਕੜਲ ਤੇ ਕਰੈਂਪ, ਅਤੇ ਚੀਚੀ ਨੂੰ ਪਿੰਕੀ ਆਖਣ ਡਏ ਨੇ। ਉਹ ਇਹ ਭਾਈ ਜੀ ਪਿੰਕੀ ਤੇ ਚੀਚੀ ਅਸੀਂ ਆਖਦੇ, ਡਾਕਟਰ ਨਹੀਂ ਆਖਦੇ। ਡਾਕਟਰਾਂ ਦੇ ਕੋਲੇ ਦਾ ਹੋਰ ਨਾਂ ਹੁੰਦਾ, ਜ਼ਰਾ ਹੋਰ ਥੋੜ੍ਹੀ ਜਿਹੀ ਗੂਗਲ ਕਰੋ, ਤੁਹਾਨੂੰ ਪਤਾ ਲੱਗੇ ਵੀ ਡਾਕਟਰ ਬੜੇ ਔਖੇ ਨਾਂ ਲੈਂਦੇ ਨੇ। ਤੁਹਾਡੇ ਨਾਸਾਂ ਦਾ ਵੀ ਨਾਂ ਉਹਨਾਂ ਬੜਾ ਔਖਾ ਰੱਖਿਆ ਹੁੰਦਾ। ਹਰ ਸ਼ਾਇਦ ਦਾ ਜਿਹੜਾ ਡਾਕਟਰ ਬਣਨਾ ਇਸੇ ਲਈ ਸੌਖਾ ਕੰਮ ਨਹੀਂ, ਉਹਨਾਂ ਦੇ ਆਪਣੇ ਨਾਂ ਨੇ। ਇਹ ਪਿੰਕੀ ਚੀਚੀ ਤੇ ਤੁਹਾਡੀ ਅੰਮਾ ਜਾਨ ਕਹਿੰਦੇ ਸਨ, ਅਤੇ ਇਹ ਤੁਸੀਂ ਡਾਕਟਰਾਂ ਦੇ ਖਾਤੇ 'ਚ ਨਾ ਪਾਓ ਇਹ ਗੱਲ। ਬਹਰਹਾਲ ਕੜਲ ਵਾਲੇ ਪਾਸੇ ਆਉਣੇ ਭਾਈ ਜੀ, ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਵੀ ਜਿਨ੍ਹਾਂ ਦਾ ਕੋਈ ਨਿਯਮਲ ਬਦਲ ਨਹੀਂ ਹੁੰਦਾ। ਪੰਜਾਬੀ ਦੀ ਲਫ਼ਜ਼ਾਂ ਦੀ ਕਈ ਟਰਾਂਸਲੇਸ਼ਨ ਜਿਹੜੀ ਨਾ ਅੰਗਰੇਜ਼ੀ 'ਚ ਕੋਈ ਨਹੀਂ ਲੱਭਦੀ। ਉਹ ਠੀਕ ਹੈ ਕਰੈਂਪ ਪੈਂਦਾ, ਉਹ ਵੀ ਸ਼ਾਇਦ ਉਂਝ ਹੀ ਪੈਂਦਾ ਹੋਵੇ, ਪਰ ਜਿਵੇਂ ਕੜਲ ਪੈਂਦਾ ਉਵੇਂ ਕਰੈਂਪ ਨਹੀਂ ਪੈਂਦਾ। ਅਤੇ ਜਦੋਂ ਕੜਲ ਪਿਆ ਹੋਵੇ ਤਾਂ ਉਦੋਂ ਤਾਂ ਕਰੈਂਪ ਯਾਦ ਆਉਂਦਾ ਅਤੇ ਨਾ ਉਹਦੇ ਸਪੈਲਿੰਗ ਯਾਦ ਆਉਂਦੇ ਨੇ। ਅਤੇ ਉਹ ਤੁਸੀਂ ਲਫ਼ਜ਼ੀ ਤੌਰ 'ਤੇ ਆਖ ਸਕਦੇ ਹੋ ਵੀ ਉਹਦੀ ਇੰਗਲਿਸ਼ ਟਰਾਂਸਲੇਸ਼ਨ ਇਹੀ ਹੈ, ਪਰ ਪੰਜਾਬੀ ਬੰਦੇ ਨੂੰ ਜਿਵੇਂ ਕੜਲ ਪੈਂਦਾ ਅਤੇ ਉਹ ਮੇਰਾ ਨਹੀਂ ਖਿਆਲ ਕਿ ਉਹਨੂੰ ਅੰਗਰੇਜ਼ੀ ਦੇ ਵਿੱਚ ਉਹਦੀ ਕੋਈ ਵੀ ਐਕਸਪਲੇਨੇਸ਼ਨ ਦਿੱਤੀ ਜਾ ਸਕਦੀ ਹੈ ਜਾਂ ਐਕਸਪ੍ਰੈਸ ਕੀਤਾ ਜਾ ਸਕਦਾ ਹੈ। ਬਹਰਹਾਲ ਇੱਥੋਂ ਮੈਨੂੰ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।